Hello student, today we are going to start the chapter 4 of class 7th heat। ਅੱਜ ਆਪਾਂ ਪਾਠ 4 7ਵੀਂ ਜਮਾਤ ਦਾ ਤਾਪ ਸ਼ੁਰੂ ਕਰਨ ਜਾ ਰਹੇ ਹਾਂ। ਇਸ ਦੇ ਵਿੱਚ ਸਭ ਤੋਂ ਪਹਿਲੇ ਆਪਾਂ ਪੜਾਂਗੇ ਤਾਪ ਦੀ ਪਰਿਭਾਸ਼ਾ। ਹੀਟ ਇਜ਼ ਫਾਰਮ ਆਫ ਐਨਰਜੀ flowing from body of matter to another spontaneously due to their temperature difference। ਤਾਪ ਊਰਜਾ ਦਾ ਹੀ ਇੱਕ ਰੂਪ ਹੈ ਜਿਹੜਾ ਇੱਕ ਵਸਤੂ ਤੋਂ ਦੂਸਰੀ ਵਸਤੂ ਤੇ ਸਥਾਨਾਂਤਰਿਤ ਹੋ ਜਾਂਦਾ ਹੈਗਾ। ਜਿਵੇਂ ਕਿ ਸਪੋਜ਼ ਵੀ ਹੈਵ ਐਨ ਟੂ ਬੋਡੀਜ਼, one is of red color and another is of blue color as shown in your picture। Now we will easily see that the heat is flowing from the hotter body to the colder body। Heat is always transferred from a body of higher temperature to a body of lower temperature। ਤਾਪ ਦੀ ਹਮੇਸ਼ਾ ਵਿਸ਼ੇਸ਼ਤਾ ਰਹਿੰਦੀ ਹੈ ਕਿ ਉਹ ਹਮੇਸ਼ਾ ਉੱਚ ਤਾਪਮਾਨ ਤੋਂ ਨਿਮਨ ਤਾਪਮਾਨ ਵੱਲ ਜਾਂਦਾ ਹੈਗਾ। ਜਦੋਂ ਵੀ ਤਾਪਮਾਨ ਜਿਹੜੀ ਵੀ ਬੋਡੀ ਦਾ ਜਾਂ ਵਸਤੂ ਦਾ ਤਾਪਮਾਨ ਉੱਚ ਹੋਏਗਾ, ਉਹ ਦੂਜੇ ਪਾਸੇ ਜਿਹੜੀ ਵਸਤੂ ਦਾ ਤਾਪਮਾਨ ਘੱਟ ਹੋਏਗਾ ਉਹਦੇ ਵੱਲ ਨੂੰ ਸਥਾਨਾਂਤਰਿਤ ਜਾਂ ਟਰਾਂਸਫਰ ਹੋ ਜਾਂਦਾ ਹੈ। ਇਸ ਤੋਂ ਨੈਕਸਟ ਵੀ ਵਿਲ ਸਟਾਰਟ hot and cold। In our daily life we come across a number of objects, some of them are hot and some of them are cold, ਹੈ ਨਾ। ਇਨ ਓਵਰ ਰੋਜ਼ਾਨਾ ਆਮ ਜ਼ਿੰਦਗੀ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੀ ਚੀਜ਼ਾਂ ਗਰਮ ਹਨ ਅਤੇ ਬਹੁਤ ਸਾਰੀ ਚੀਜ਼ਾਂ ਠੰਡੀਆਂ ਹੁੰਦੀਆਂ। ਜਿਵੇਂ ਕਿ ਟੀ ਜਿਵੇਂ ਪਤਾ ਹੀ ਹੈ ਕਿ ਉਹ ਗਰਮ ਹੁੰਦੀ ਹੈ ਅਤੇ ਆਈਸ ਜਿਹੜੀ ਹੈ ਕਿ ਠੰਡੀ ਹੁੰਦੀ ਹੈ, ਆਈਸਕ੍ਰੀਮ ਠੰਡੀ ਹੁੰਦੀ ਹੈ। ਇਸ ਤਰ੍ਹਾਂ ਬਹੁਤ ਸਾਰੀ ਉਦਾਹਰਨਾਂ ਹੈਗੀਆਂ ਜਿੱਥੋਂ ਆਪਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਕਿਹੜੀ ਵਸਤੂ ਠੰਡੀ ਹੈ ਅਤੇ ਕਿਹੜੀ ਵਸਤੂ ਗਰਮ ਹੈ। ਆਪਾਂ ਨੂੰ ਇਹ ਕਿਵੇਂ ਪਤਾ ਲੱਗਦਾ ਹੈ ਕਿ ਕਿਹੜੀ ਵਸਤੂ ਠੰਡੀ ਹੈ ਅਤੇ ਕਿਹੜੀ ਗਰਮ? ਆਪਾਂ ਉਹਨੂੰ ਛੂਹ ਕੇ ਪਤਾ ਕਰਦੇ ਹਾਂ, ਬਾਈ ਟਚਿੰਗ। ਦਿਸ ਮੀਨਸ ਆਵਰ ਸੈਂਸਸ ਆਰ recognized that this body is hotter or the colder one। We cannot always rely on our senses to judge or decided how hot or cold an object। The hotness of an object is measured by and temperature। This is called ਜਿਹੜੀ ਕਿਸੇ ਵੀ ਬੋਡੀ ਦੀ ਜਿਹੜੀ ਹੌਟਨੈਸ ਹੈ ਜਾਂ ਕਿ ਉਹਦੇ ਵਿੱਚ ਕਿੰਨੀ ਕੋਲਡਨੈਸ ਹੈਗਾ, ਉਹ ਕਿਵੇਂ ਮਾਪੀ ਜਾ ਸਕਦੀ ਹੈ? ਉਹ ਉਹਦੇ ਟੈਂਪਰੇਚਰ ਰਾਹੀਂ ਨਾਪੀ ਜਾ ਸਕਦੀ ਹੈ। ਜਦੋਂ ਵੀ ਅਸੀਂ ਕਿਸੇ ਬੋਡੀ ਨੂੰ ਹੀਟ ਕਰਦੇ ਹਾਂ, ਜੇ ਉਸ ਦੇ ਵਿੱਚ ਜਿਹੜੇ ਪਦਾਰਥ ਹੁੰਦੇ ਹੈਗੇ ਉਹ ਗਤੀ ਕਰਨ ਲੱਗ ਜਾਂਦੇ ਹੈ ਅਤੇ ਉਸ ਬੋਡੀ 'ਤੇ ਕਰਨ ਲੱਗ ਜਾਂਦੇ ਹੈ। ਜਦੋਂ ਅਸੀਂ ਉਹਦੇ ਵਿੱਚੋਂ ਹੀਟ ਰਿਮੂਵ ਕਰਦੇ ਹਾਂ ਅਤੇ ਉਹਦੇ ਪਦਾਰਥ ਦੀ ਜਿਹੜੀ ਗਤੀ ਹੈ ਉਹ ਘੱਟ ਜਾਂਦੀ ਹੈਗੀ ਆ। ਨੈਕਸਟ ਨਾਓ ਹੁਣ ਆਪਾਂ ਨੂੰ ਪਤਾ ਲੱਗ ਗਿਆ ਹੈਗਾ ਕਿ ਕਿਸੇ ਵੀ ਵਸਤੂ ਦੀ ਹੌਟਨੈਸ ਨੂੰ ਜਾਣਨ ਲਈ ਆਪਾਂ ਨੂੰ ਉਹ ਕਿਹੜੀ ਵਸਤੂ ਦੀ ਲੋੜ ਪੈਂਦੀ, ਟਰਮੀਨੋਲੋਜੀ ਇਸਤੇਮਾਲ ਕਰਦੇ ਹਾਂ ਆਪਾਂ, ਟੈਂਪਰੇਚਰ। ਨੈਕਸਟ ਵੀ ਵਿਲ ਸਟੱਡੀ ਅਬਾਊਟ ਦਾ ਟੈਂਪਰੇਚਰ। Temperature is a measure of a degree of an hotness or the coldness of an object। Temperature ਕਿਸੇ ਵੀ ਵਸਤੂ ਦੀ ਉਸ ਵਿੱਚ ਕਿੰਨੀ ਵਸਤੂ ਦੀ ਗਰਮੀ ਜਾਂ ਕੋਲਡਨੈਸ ਹੈ, ਡਿਗਰੀ ਆਫ ਹੌਟਨੈਸ ਜਾਂ ਕੋਲਡਨੈਸ 'ਤੇ ਡਿਪੈਂਡ ਕਰਦਾ ਹੈ। ਜਿਵੇਂ ਕਿ ਪਿਕਚਰ ਵਿੱਚ ਦਿਖ ਰਿਹਾ ਹੈਗਾ, ਜਦੋਂ ਟੈਂਪਰੇਚਰ ਘੱਟ ਹੁੰਦਾ ਹੈ ਅਤੇ ਅਸੀਂ ਠੰਡ ਮਹਿਸੂਸ ਕਰਦੇ ਹਾਂ, ਜਦੋਂ ਟੈਂਪਰੇਚਰ ਜ਼ਿਆਦਾ ਹੁੰਦਾ ਹੈ ਅਤੇ ਸਾਨੂੰ ਗਰਮੀ ਮਹਿਸੂਸ ਹੁੰਦੀ ਹੈ। ਕਿ ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਜਦੋਂ ਗਰਮੀ ਵੱਧ ਹੁੰਦੀ ਹੈ ਤਾਂ ਟੈਂਪਰੇਚਰ ਵੱਧ ਹੁੰਦਾ ਹੈ, ਜਦੋਂ ਸਰਦੀ ਹੁੰਦੀ ਹੈ ਅਤੇ ਟੈਂਪਰੇਚਰ ਘੱਟ ਹੁੰਦਾ ਹੈਗਾ। ਨੈਕਸਟ ਆ ਗਿਆ ਕਿ ਹੁਣ ਮੇਜਰਮੈਂਟ, ਹੁਣ ਜਿਹੜਾ ਟੈਂਪਰੇਚਰ ਹੈ ਉਹ ਆਪਾਂ ਕਿਸ ਤਰ੍ਹਾਂ ਮੇਜ਼ਰ ਕਰ ਦਿੰਦੇ। ਨੈਕਸਟ ਟੋਪਿਕ ਇਜ਼ ਮੇਜ਼ਰਮੈਂਟ ਆਫ ਐਨ ਟੈਂਪਰੇਚਰ। ਟੈਂਪਰੇਚਰ ਇਜ਼ ਮੇਜ਼ਰਡ by a device called thermometer। Temperature is measured by a device called thermometer। Temperature is measured in degrees। Temperature is measured in degrees and is measured normally by two scales। First is called the Celsius and other is called the Fahrenheit scale। Celsius scale is denoted by C and the Fahrenheit scale is denoted by the F। ठीक है। As we see in the picture, there are two temperature is shown by two scales, 37 degree Celsius and 98.6 degree Fahrenheit। ਤਾਪਮਾਨ ਨੂੰ ਮਾਪਣ ਲਈ ਥਰਮਾਮੀਟਰ ਵਰਤਿਆ ਜਾਂਦਾ ਹੈਗਾ। ਇਹ ਦੋ ਢੰਗਾਂ ਨਾਲ ਮਾਪਿਆ ਜਾਂਦਾ ਹੈਗਾ, ਇੱਕ ਹੈਗਾ ਸੈਲਸੀਅਸ ਸਕੇਲ ਅਤੇ ਇੱਕ ਹੈਗਾ ਫੈਰਾਨਾਈਟ ਸਕੇਲ ਵਿੱਚ।
ਅੱਗੇ ਆ ਕੇ ਦੋ ਤਰ੍ਹਾਂ ਦੇ ਥਰਮਾਮੀਟਰ। ਨਾਓ ਦੇਰ ਆਰ ਟੂ ਟਾਈਪਸ ਆਫ ਥਰਮਾਮੀਟਰ, ਵਨ ਇਜ਼ ਕਾਲਡ ਦਾ ਕਲੀਨਿਕਲ ਥਰਮਾਮੀਟਰ ਐਂਡ ਅਨਦਰ ਵਨ ਇਜ਼ ਕਾਲਡ ਦਾ ਲੈਬੋਰਟਰੀ ਥਰਮਾਮੀਟਰ। ਕਲੀਨਿਕਲ ਥਰਮਾਮੀਟਰ ਨੂੰ ਪੰਜਾਬੀ ਵਿੱਚ ਡਾਕਟਰੀ ਥਰਮਾਮੀਟਰ ਕਿਹਾ ਜਾਂਦਾ ਹੈ ਅਤੇ ਲੈਬੋਰਟਰੀ ਥਰਮਾਮੀਟਰ ਨੂੰ ਪੰਜਾਬੀ ਦੇ ਵਿੱਚ ਪ੍ਰਯੋਗਸ਼ਾਲਾ ਥਰਮਾਮੀਟਰ ਕਿਹਾ ਜਾਂਦਾ ਹੈਗਾ। ਅੱਗੇ ਅਸੀਂ ਇਹਨਾਂ ਕਲੀਨਿਕਲ ਥਰਮਾਮੀਟਰ ਦੋਨੋਂ ਟਾਈਪ ਦੇ ਥਰਮਾਮੀਟਰਾਂ ਦੇ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ। ਫਸਟ ਆਫ ਆਲ ਵੀ ਵਿਲ ਸਟਾਰਟ ਵਿਦ ਦ ਕਲੀਨਿਕਲ thermometer. Clinical thermometer, the thermometer that measure the temperature of our body is called clinical thermometer. ਉਹ ਥਰਮਾਮੀਟਰ ਜਿਸ ਨਾਲ ਮਨੁੱਖੀ ਸਰੀਰ ਦਾ ਤਾਪ ਮਾਪਿਆ ਜਾਂਦਾ ਹੈ, ਮੀਨਸ ਮਨੁੱਖੀ ਸਰੀਰ ਲਈ ਵਰਤਿਆ ਜਾਂਦਾ ਹੈਗਾ। ਓਵਰ ਬੋਡੀ, ਸਰੀਰ ਦੇ ਲਈ, ਸਿਰਫ ਮਨੁੱਖ ਲਈ ਜਿਹੜਾ ਥਰਮਾਮੀਟਰ ਦੀ ਵਰਤੋਂ ਕੀਤੀ ਜਾਂਦੀ ਹੈ ਉਸ ਨੂੰ ਕਲੀਨਿਕਲ ਥਰਮਾਮੀਟਰ ਕਿਹਾ ਜਾਂਦਾ ਹੈਗਾ। ਕਲੀਨਿਕਲ ਥਰਮਾਮੀਟਰ ਦੀ ਵਰਤੋਂ ਕਿਸ ਤਰ੍ਹਾਂ ਹੈਗੀ? ਕੰਸਟਰਕਸ਼ਨ of an clinical thermometer. A clinical thermometer has a long narrow glass tube as we see in the figure. It has a scale called Celsius scale and is marked as degree Celsius. A clinical thermometer read from 35 degree Celsius to 42 degree Celsius. A clinical thermometer has a small kink near the bulb to prevent the mercury level from the falling down. ਕਲੀਨਿਕਲ ਥਰਮਾਮੀਟਰ ਇੱਕ ਗਲਾਸ ਟਿਊਬ ਦੀ ਤਰ੍ਹਾਂ ਹੁੰਦਾ ਹੈਗਾ। ਇਹਦੇ ਇੱਕ ਐਂਡ 'ਤੇ ਮਰਕਰੀ ਲੱਗੀ ਹੁੰਦੀ ਹੈ ਜਿਹੜੀ ਕਿੰਕ ਦੇ ਨਾਲ ਅਟੈਚ ਹੁੰਦੀ ਹੈ। ਇਹਦੇ ਵਿੱਚ ਡਿਗਰੀ ਸੈਲਸੀਅਸ ਸਕੇਲ ਵਿੱਚ ਮਾਪਿਆ ਜਾਂਦਾ ਹੈਗਾ ਅਤੇ ਇਸ ਦੀ ਰੇਂਜ ਜਿਹੜੀ ਹੈਗੀ 35 ਡਿਗਰੀ ਸੈਲਸੀਅਸ ਤੋਂ 42 ਡਿਗਰੀ ਸੈਲਸੀਅਸ ਦੇ ਵਿਚਕਾਰ ਹੁੰਦੀ ਹੈਗੀ। ਇਸ ਦਾ ਅਰਥ ਹੈਗਾ ਕਿ ਇਹ ਘੱਟ ਤੋਂ ਘੱਟ 35 ਅਤੇ ਵੱਧ ਤੋਂ ਵੱਧ 42 ਡਿਗਰੀ ਸੈਲਸੀਅਸ ਦਾ ਹੀ ਮਨੁੱਖੀ ਸਰੀਰ ਦਾ ਤਾਪਮਾਨ ਨੂੰ ਮਾਪ ਸਕਦਾ ਹੈ। ਅਗਲਾ ਥਰਮਾਮੀਟਰ ਨੂੰ ਹੁਣ ਕਲੀਨਿਕਲ ਥਰਮਾਮੀਟਰ ਦੀ ਵਰਤੋਂ ਕਿਵੇਂ ਕਰਦੇ ਹੈਗੇ ਆ, ਇਸ ਲਈ ਆਪਾਂ ਪੜ੍ਹਦੇ ਹੈਗੇ, ਦੇਖਦੇ ਹਾਂ। ਰੀਡਿੰਗ ਆਫ ਐਨ ਕਲੀਨਿਕਲ ਥਰਮਾਮੀਟਰ, ਹਾਊ ਏ ਕਲੀਨਿਕਲ ਥਰਮਾਮੀਟਰ ਵੀ ਰੀਡ। ਵਾਸ਼ ਦਾ ਥਰਮਾਮੀਟਰ with an antiseptic solution, hold it firmly and give it few jerks to bring the level of mercury below 35 degrees Celsius. Then place the bulb of the thermometer under your tongue. After a moment, take out the thermometer and note the reading. This will be your body temperature. ਕਲੀਨਿਕਲ ਥਰਮਾਮੀਟਰ ਨੂੰ ਸਭ ਤੋਂ ਪਹਿਲੇ ਵਰਤਣ ਲਈ ਆਪਾਂ ਨੂੰ ਇਹਨੂੰ ਐਂਟੀਸੈਪਟਿਕ ਸੋਲਿਊਸ਼ਨ ਦੇ ਵਿੱਚ ਵਾਸ਼ ਕਰਨਾ ਚਾਹੀਦਾ ਹੈ। ਫਿਰ ਇਸ ਨੂੰ ਇੱਕ ਝਟਕੇ ਦੇ ਨਾਲ ਉਸ ਦਾ ਟੈਂਪਰੇਚਰ ਜਿਹੜਾ ਹੈਗਾ 35 ਡਿਗਰੀ ਸੈਲਸੀਅਸ ਤੋਂ ਘੱਟ ਕਰਨਾ ਚਾਹੀਦਾ ਹੈਗਾ। ਫਿਰ ਜਿਹੜਾ ਉਹਦਾ ਬਲਬ ਵਾਲਾ ਪਾਸਾ ਹੁੰਦਾ ਹੈ ਜਿਹਦੇ ਵਿੱਚ ਪਾਰਾ ਲੱਗਿਆ ਹੁੰਦਾ ਹੈ ਜਾਂ ਜਿਸ ਨੂੰ ਮਰਕਰੀ ਕਹਿੰਦੇ ਹੈਗੇ, ਉਸ ਵਾਲੇ ਹਿੱਸੇ ਨੂੰ ਟੰਗ ਦੇ ਜਾਂ ਆਪਣੀ ਜ਼ੁਬਾਨ ਦੇ ਥੱਲੇ, ਜੀਭ ਦੇ ਥੱਲੇ ਵਾਲੇ ਹਿੱਸੇ ਵਿੱਚ ਘੱਟੋ ਘੱਟ 1 ਮਿੰਟ ਤੱਕ ਰੱਖਣਾ ਚਾਹੀਦਾ ਹੈਗਾ। ਆਫਟਰ 1 ਮਿੰਟ, 1 ਮਿੰਟ ਦੇ ਬਾਅਦ ਜਦੋਂ ਤੁਸੀਂ ਦੇਖੋਗੇ ਟੈਂਪਰੇਚਰ, ਆਪਣੇ ਥਰਮਾਮੀਟਰ ਨੂੰ ਕੱਢ ਕੇ ਤੁਸੀਂ ਆਪਣੀ ਬਾਡੀ ਦਾ ਟੈਂਪਰੇਚਰ ਨੋਟ ਕਰ ਸਕਦੇ ਹੋ। ਇਸ ਤਰ੍ਹਾਂ ਦੀ ਐਕਟੀਵਿਟੀ ਇਹ ਤੁਸੀਂ ਆਰਾਮ ਨਾਲ ਘਰ ਵਿੱਚ ਵੀ ਕਰ ਸਕਦੇ ਹੋ। ਅੱਜ ਕੱਲ੍ਹ ਮਾਰਕੀਟ ਦੇ ਵਿੱਚ ਬੇਟਾ ਜੀ ਅੱਜ ਕੱਲ੍ਹ ਮਾਰਕੀਟ ਦੇ ਵਿੱਚ ਡਿਜੀਟਲ ਥਰਮਾਮੀਟਰ ਵੀ ਆ ਗਏ ਹੈ। ਡਿਜੀਟਲ ਥਰਮਾਮੀਟਰ ਜਿਹੜਾ ਹੈਗਾ ਕਲੀਨਿਕਲ ਥਰਮਾਮੀਟਰ ਦੇ ਨਾਲੋਂ ਬਹੁਤ ਹੀ ਸੌਖੇ ਵਰਤਣ ਵਿੱਚ ਆਉਣ ਵਾਲੇ ਹੈਗੇ ਆ। ਇਸ ਦੇ ਵਿੱਚ ਇੱਕ ਤਰ੍ਹਾਂ ਦੀ LCD ਬਣੀ ਹੁੰਦੀ ਹੈ ਜਿਸ ਦੇ ਵਿੱਚ LCD ਬਣੀ ਹੁੰਦੀ ਹੈ ਜਿਸ ਦੇ ਵਿੱਚ ਟੈਂਪਰੇਚਰ ਆਰਾਮ ਨਾਲ ਤੁਹਾਨੂੰ ਦਿਸ ਜਾਂਦਾ ਹੈ ਕਿ ਉਹਦੇ 'ਤੇ ਤੁਹਾਡੇ ਸਰੀਰ ਦਾ ਤਾਪਮਾਨ ਕਿੰਨਾ ਹੈ। ਅਤੇ ਇਸ ਦਾ ਸਭ ਤੋਂ ਵੱਡਾ ਇੱਕ ਹੱਲ ਹੈ ਵੀ ਕਿ ਇਸ ਦੇ ਵਿੱਚ ਮਰਕਰੀ ਨਹੀਂ ਹੁੰਦੀ। ਮਰਕਰੀ ਜਿਹੜੇ ਆਪਾਂ ਉੱਪਰ ਥਰਮਾਮੀਟਰ ਦੇਖਿਆ ਸੀਗਾ ਉਸ ਦੇ ਵਿੱਚ ਪਾਰਾ ਹੁੰਦਾ ਸੀਗਾ ਜਿਹੜਾ ਇੱਕ ਬਹੁਤ ਹੀ ਜ਼ਹਿਰੀਲੇ ਕਿਸਮ ਦਾ ਮੈਟਲ ਹੁੰਦਾ ਹੈਗਾ ਅਤੇ ਉਹਦਾ ਆਪਾਂ ਨੂੰ ਡੇਂਜਰਸ ਰਹਿੰਦਾ ਹੈ। ਦਾ ਯੂਜ਼ ਆਫ ਦੈਟ ਕਲੀਨਿਕਲ ਥਰਮਾਮੀਟਰ ਇਜ਼ ਵੈਰੀ ਡੇਂਜਰਸ। ਬਟ this time a digital thermometer has been come on market. These are very easy to use and mostly it has a mercury free, ठीक है, and it's very easily handy cam. Now अगला next thermometer is over laboratory thermometer। ਜਿਵੇਂ ਆਪਾਂ ਦੋ ਤਰ੍ਹਾਂ ਦੇ ਥਰਮਾਮੀਟਰ ਪੜ੍ਹੇ ਸੀ, ਕਲੀਨਿਕਲ ਥਰਮਾਮੀਟਰ
Now clinical thermometer is replaced by an digital thermometer. Now next type of thermometer is called the Prayogshala thermometer in Punjabi and laboratory thermometer. A laboratory thermometer has a long narrow glass tube. It has a bulb at one end containing mercury. It has a scale marked degree Celsius. The range of this thermometer is minus 10 degrees Celsius to 110 degree Celsius. ਪ੍ਰਯੋਗਸ਼ਾਲਾ ਥਰਮਾਮੀਟਰ ਜਿਹੜਾ ਹੈਗਾ ਬਹੁਤ ਲੰਬੀ ਗਲਾਸ ਟਿਊਬ ਦਾ ਬਣਿਆ ਹੁੰਦਾ ਹੈ। ਇਹਦੇ ਇੱਕ ਵਨ ਐਂਡ 'ਤੇ ਮਰਕਰੀ ਹੁੰਦੀ ਹੈ ਅਤੇ ਇਹ ਵੀ ਡਿਗਰੀ ਸੈਲਸੀਅਸ ਦੇ ਵਿੱਚ ਇਹਦੇ ਵਿੱਚ ਵਸਤੂ ਦਾ ਨਾਪ ਵਸਤੂ ਦਾ ਤਾਪ ਜਿਹੜਾ ਹੈਗਾ ਤਾਪਮਾਨ ਜਿਹੜਾ ਹੈਗਾ ਡਿਗਰੀ ਸੈਲਸੀਅਸ ਦੇ ਵਿੱਚ ਹੀ ਮਾਪਿਆ ਜਾਂਦਾ ਹੈਗਾ। ਇਸ ਦੀ ਜਿਹੜੀ ਰੇਂਜ ਹੈਗੀ ਹੈ ਉਹ -10 ਡਿਗਰੀ ਸੈਲਸੀਅਸ ਤੋਂ 110 ਡਿਗਰੀ ਸੈਲਸੀਅਸ ਤੱਕ ਹੁੰਦੀ ਹੈਗੀ ਹੈ। ਅੱਗੇ ਬੱਚੋ ਆਪਾਂ ਦੇਖਾਂਗੇ ਕਿ ਜਿਹੜੇ ਵੀ ਪ੍ਰਯੋਗਸ਼ਾਲਾ ਥਰਮਾਮੀਟਰ ਦੀ ਵਰਤੋਂ ਅਸੀਂ ਕਿੱਥੇ ਕਰਦੇ ਹਾਂ ਕਿ ਜ਼ਿਆਦਾਤਰ ਕਿਸੇ ਵੀ ਵਸਤੂਆਂ ਦਾ ਮਾਪ ਲੈਣ ਲਈ ਇਹ ਤਾਪਮਾਨ ਨੂੰ ਮਾਪਣ ਲਈ ਹੀ ਪ੍ਰਯੋਗਸ਼ਾਲਾ ਥਰਮਾਮੀਟਰ ਦੀ ਵਰਤੋਂ ਕੀਤੀ ਜਾਂਦੀ ਹੈ। ਉਦਾਹਰਣ ਦੇ ਵਿੱਚੋਂ ਇਸ ਨੂੰ ਕਿਵੇਂ ਦੇਖਣਾ ਹੈਗਾ, ਲੈਬੋਰਟਰੀ ਦੇ ਵਿੱਚ ਜਾਂ ਆਪਾਂ ਕਿ ਪਾਣੀ ਦਾ ਜਿਵੇਂ ਤਾਪਮਾਨ ਨੋਟ ਕਰਨਾ ਹੈ ਅਤੇ ਉਹ ਕਿਸ ਤਰ੍ਹਾਂ ਇਸ ਦੀ ਵਰਤੋਂ ਕਰਨੀ ਹੈਗੀ ਹੈ। ਟੇਕ ਸਮ ਵਾਟਰ in a beaker, dip the thermometer in the water so that the bulb of the thermometer does not touch the bottom or the side of the beaker. Hold the thermometer vertically. The mercury level rises. Wait till the level of mercury becomes steady. Note the level of mercury. This will be the temperature of an water. ਇਸ ਦੇ ਵਿੱਚ ਆਪਾਂ ਦੇਖਾਂਗੇ ਕਿ ਇੱਕ ਬੀਕਰ ਦੇ ਵਿੱਚ ਪਾਣੀ ਲੈ ਲਾਂਗੇ, ਪਾਣੀ ਦੇ ਵਿੱਚ ਆਪਾਂ ਥਰਮਾਮੀਟਰ ਨੂੰ ਡਿਪ ਕਰ ਦਾਂਗੇ ਅਤੇ ਧਿਆਨ ਰੱਖਾਂਗੇ ਕਿ ਜਿਹੜਾ ਥਰਮਾਮੀਟਰ ਦੀ ਸਾਈਡਸ ਹੈਗੀ ਹੈ ਬੀਕਰ ਦੀ ਸਾਈਡਸ ਥਰਮਾਮੀਟਰ ਜਿਹੜਾ ਹੈਗਾ ਬੀਕਰ ਦੀ ਸਾਈਡਸ ਜਾਂ ਥੱਲੇ ਵਾਲੇ ਹਿੱਸੇ ਨੂੰ ਨਾ ਛੂਹੇ ਅਤੇ ਪਾਣੀ ਦੇ ਵਿੱਚ ਹੀ ਰਹੇ ਪੂਰੀ ਤਰ੍ਹਾਂ ਤੋਂ। ਕੁਝ ਸਮੇਂ ਬਾਅਦ ਆਪਾਂ ਦੇਖਾਂਗੇ ਕਿ ਉਸ ਦੇ ਵਿੱਚ ਜਿਹੜਾ ਪਾਰੇ ਦਾ ਲੈਵਲ ਹੈਗਾ ਉਹ ਵੱਧ ਗਿਆ ਹੈ। ਤਦ ਤੱਕ ਆਪਾਂ ਇੰਤਜ਼ਾਰ ਕਰਾਂਗੇ ਜਦ ਤੱਕ ਪਾਰੇ ਦਾ ਲੈਵਲ ਹੈਗਾ ਇੱਕ ਸਥਾਰ ਨਹੀਂ ਹੋ ਜਾਂਦਾ ਅਤੇ ਜਦੋਂ ਪਾਣੀ ਦਾ ਇੱਕ ਸਥਾਰ ਹੋ ਗਿਆ ਅਤੇ ਅਸੀਂ ਉਸ ਦੀ ਰੀਡਿੰਗ ਲੈ ਲਾਂਗੇ ਅਤੇ ਉਹੀ ਪਾਣੀ ਦਾ ਤਾਪਮਾਨ ਹੋਏਗਾ। ਇਸ ਪਾਰਟ ਦੀ ਲਾਸਟ ਪਾਰਟ 1 ਖਤਮ ਹੁੰਦਾ ਹੈਗਾ। ਅਗਲੀ ਪਾਰਟ ਵਿੱਚ ਤੁਹਾਨੂੰ ਇਸ ਪਾਰਟ ਵਿੱਚ ਹੋਰ ਜਿਹੜੇ ਟੌਪਿਕ ਹੈਗੇ ਉਹ ਕਵਰ ਕੀਤੇ ਜਾਣਗੇ। ਹੋਪ ਕਰਦੇ ਹਾਂ ਕਿ ਤੁਹਾਨੂੰ ਆਹ ਪਾਰਟ ਸੌਖੇ ਢੰਗ ਨਾਲ ਸਮਝ ਆਇਆ ਹੋਏਗਾ। ਥੈਂਕ ਯੂ।